14 ਜੂਨ ਨੂੰ ਸਾਡੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸਕੀਮ ਦਾ ਉਦਘਾਟਨ ਕੀਤਾ। ਨਾਮ ਸੀ ਜੀ ਅਗਨੀਪਥ। ਤੇ ਅਗਲੇ ਹੀ ਦਿਨ ਤੋਂ ਪੂਰੇ ਦੇਸ਼ ਦੇ ਵਿੱਚ ਵੱਡੇ ਵੱਡੇ ਸਤਰ ਦੇ ਉੱਤੇ ਨੌਜਵਾਨਾਂ ਦੁਆਰਾ ਦੰਗੇ ਕੀਤੇ ਗਏ, ਰੇਲਾਂ ਜਲਾ ਦਿੱਤੀਆਂ ਗਈਆਂ, ਬੱਸਾਂ ਗੱਡੀਆਂ ਤੇ ਟਰੱਕ ਭੰਨ ਦਿੱਤੇ ਗਏ। ਇਸ ਤੋਂ ਇਲਾਵਾ ਲਗਭਗ ਹੁਣ ਤੱਕ ਅਗਰ ਆਪਾਂ ਥੋੜੇ ਜਿਹੇ ਅੰਦਾਜ਼ਾ ਲਗਾਇਆ ਜਾਵੇ ਤਾਂ ਗਵਰਨਮੈਂਟ ਦਾ ਇਹ ਬਿਆਨ ਆਇਆ ਕਿ 200 ਕਰੋੜ ਤੱਕ ਦੀ ਸੰਪत्ति ਹੈ ਜਿਹੜੀ ਉਹ ਸਿਰਫ ਤੇ ਸਿਰਫ ਬਿਹਾਰ ਦੇ ਵਿੱਚ ਨੁਕਸਾਨ ਕਰ ਦਿੱਤਾ ਗਿਆ ਹੈ ਇਸ ਸਕੀਮ ਤੋਂ ਅੱਗ ਬੋਲਾ ਹੋਏ ਨੌਜਵਾਨਾਂ ਦਾ। ਬੇਸ਼ੱਕ ਇਸ ਨੂੰ ਸਰਕਾਰ ਦੁਆਰਾ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਸਕੀਮ ਆ ਜਿਹੜੀ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ ਲਈ ਤੇ ਦੇਸ਼ ਦੀ ਇਕਨੋਮੀ ਨੂੰ ਸਥਿਰ ਤੇ ਨਾਲ ਹੀ ਨੌਜਵਾਨਾਂ ਦੇ ਵਿੱਚ ਦੇਸ਼ ਦੇ ਪ੍ਰਤੀ ਪਿਆਰ ਤੇ ਭਾਵਨਾ ਦਾ ਜਜ਼ਬਾ ਪੈਦਾ ਕਰਨ ਦੇ ਲਈ ਇਹ ਸਕੀਮ ਕੱਢੀ ਗਈ ਆ। ਪਰ ਇਸੇ ਸਕੀਮ ਦੀ ਵਜ੍ਹਾ ਦੇ ਕਾਰਨ ਉਹਨਾਂ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਦਿਖਾਈ ਦੇ ਰਿਹਾ। ਕਾਰਨ ਕੀ ਹੈ ਕਿ ਸਰਕਾਰ ਦੀ ਸਕੀਮ ਦਾ ਇੰਨਾ ਜ਼ਿਆਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਭਾਰਤ ਦੇ ਵਿੱਚ, ਤਾਂ ਆਪਾਂ ਅੱਜ ਇਸੇ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਗਨੀਪਥ ਯੋਜਨਾ ਅਸਲ ਦੇ ਵਿੱਚ ਹੈ ਕੀ। ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਸਰਕਾਰ ਦੇ ਦੁਆਰਾ ਅਗਨੀਪਥ ਯੋਜਨਾ ਘੋਸ਼ਿਤ ਕੀਤੀ ਗਈ ਹੈ, ਇਸ ਦੇ ਦੁਆਰਾ ਜਿਹੜੇ ਵੀ ਨੌਜਵਾਨ ਆਰਮੀ ਦੇ ਵਿੱਚ ਜਾਣਗੇ ਤੇ ਇਸ ਦੇ ਵਿੱਚ ਤਿੰਨੇ ਸੈਨਾਵਾਂ ਦੇ ਵਿੱਚ ਭਰਤੀ ਕੀਤੀ ਜਾਊ, ਜਲ ਥਲ ਤੇ ਨੇਵੀ ਦੇ ਵਿੱਚ। ਤੇ ਇਸ ਦੇ ਦੌਰਾਨ ਜਿਹੜੇ ਵੀ ਨੌਜਵਾਨ ਆ ਜਿਹੜੇ ਇਸ ਦੇ ਵਿੱਚ ਜਾਣਗੇ, ਮਤਲਬ ਕਿ ਅਗਨੀਪਥ, ਤੇ ਉਹਨਾਂ ਨੂੰ ਅਗਨੀਵੀਰ ਕਿਹਾ ਜਾਊਗਾ। ਇਸ ਸਾਲ 46000 ਤੱਕ ਨੌਜਵਾਨਾਂ ਨੂੰ ਭਰਤੀ ਕਰਨ ਦਾ ਟੀਚਾ ਸਰਕਾਰ ਦੁਆਰਾ ਦਿੱਤਾ ਗਿਆ ਹੈ ਹੁਣ ਤੱਕ, ਤੇ ਇਸ ਤੋਂ ਬਾਅਦ ਵੀ ਇਸ ਦੀਆਂ ਕਾਫੀ ਵੈਕੈਂਸੀਜ਼ ਆਉਂਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿ ਹਰ ਇੱਕ ਨੌਜਵਾਨ ਨੂੰ 30000 ਤੋਂ ਲੈ ਕੇ 40000 ਤੱਕ ਪੇ ਜਿਹੜੀ ਮਤਲਬ ਕਿ ਤਨਖਾਹ ਦਿੱਤੀ ਜਾਊਗੀ। ਤੇ ਨਾਲ ਦੇ ਨਾਲ ਹੀ ਉਹਨਾਂ ਨੌਜਵਾਨਾਂ ਦੀ ਇਸ ਤਨਖਾਹ ਦੇ ਵਿੱਚੋਂ ਕੁਝ ਕੱਟ ਆਫ ਰੱਖਿਆ ਜਾਊ, ਤੇ ਜਿੰਨਾ ਕੱਟ ਆਫ ਰੱਖਿਆ ਜਾਊਗਾ ਉਹਨਾਂ ਹੀ ਸਰਕਾਰ ਵੀ ਇੱਕ ਅਲੱਗ ਖਾਤੇ ਦੇ ਵਿੱਚ ਜਮ੍ਹਾਂ ਕਰਦੀ ਰਹੂਗੀ। ਤੇ 4 ਸਾਲ ਬਾਅਦ ਜਦੋਂ ਵੀ ਇਹਨਾਂ ਨੌਜਵਾਨਾਂ ਨੂੰ ਰਿਟਾਇਰ ਕੀਤਾ ਜਾਊਗਾ ਤਾਂ ਇਸ ਦੇ ਨਾਲ ਉਹਨਾਂ ਨੂੰ ਟੋਟਲ 11 ਲੱਖ ਰੁਪਇਆ ਦਿੱਤਾ ਜਾਊਗਾ ਰਿਟਾਇਰਮੈਂਟ ਦੇ ਤੌਰ ਤੇ। ਇਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪੈਨਸ਼ਨ ਦਾ ਪ੍ਰਾਵਧਾਨ ਨਹੀਂ ਦਿੱਤਾ ਗਿਆ, ਯਾਨੀ ਕਿ ਉਹ ਨੌਜਵਾਨ ਜਿਹੜੇ ਵੀ ਇਸ ਦੇ ਥਰੂ ਪੈਨਸ਼ਨ ਮਤਲਬ ਕਿ ਰਿਟਾਇਰ ਹੋਣਗੇ 4 ਸਾਲ ਬਾਅਦ, ਉਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਊਗੀ। ਤੇ ਅਗਰ ਨਾਲ ਹੀ ਆਪਾਂ ਗੱਲ ਕਰੀਏ ਇਹਨਾਂ ਨੌਜਵਾਨਾਂ ਨੂੰ ਤਾਂ 10ਵੀਂ ਤੋਂ 12ਵੀਂ ਤੱਕ ਦੀ ਐਜੂਕੇਸ਼ਨ ਹਾਸਲ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅਗਨੀਵੀਰ ਬਣ ਸਕਦਾ ਹੈ। ਤੇ ਨਾਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਲਗਭਗ 21 ਸਾਲ ਦੀ ਉਮਰ ਜਿਹੜੀ ਕਿ ਪਹਿਲਾਂ ਤੈਅ ਕੀਤੀ ਗਈ ਸੀ, ਪਰ ਜਿਸ ਵਕਤ ਤੋਂ ਲੈ ਕੇ ਹੁਣ ਤੱਕ ਇਸ ਦੇ ਬਾਰੇ ਵਿਰੋਧ ਚੱਲਦਾ ਆ ਰਿਹਾ ਤਾਂ ਕੇਂਦਰ ਸਰਕਾਰ ਕੁਝ ਹੱਦ ਤੱਕ ਕਰ ਚੁੱਕੀ ਹੈ ਤੇ ਉਹਨਾਂ ਦੁਆਰਾ ਇਸ ਦੀ ਉਮਰ 23 ਸਾਲ ਕਰ ਦਿੱਤੀ ਗਈ ਹੈ। 23 ਸਾਲ ਉਮਰ ਕਰਨ ਦਾ ਸਭ ਤੋਂ ਵੱਡਾ ਇੱਕ ਹੋਰ ਵੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੋਈ ਵੀ ਭਰਤੀ ਪੰਜਾਬ ਜਾਂ ਭਾਰਤ ਦੇ ਵਿੱਚ ਨਹੀਂ ਆਈ। ਇਸੇ ਵਜ੍ਹਾ ਦੇ ਕਾਰਨ ਹੁਣ 23 ਸਾਲ ਏਜ ਹੈ ਜਿਹੜੀ ਇਸ ਸਾਲ ਦੇ ਲਈ ਕਰ ਦਿੱਤੀ ਗਈ ਹੈ ਨੌਜਵਾਨਾਂ ਦੀ, ਵਧਾ ਕੇ ਕਿ ਉਹ ਅਗਨੀਵੀਰ ਦੇ ਲਈ ਪ੍ਰੀਖਿਆ ਦੇ ਸਕਦੇ ਨੇ। ਤੇ ਇਸ ਤੋਂ ਇਲਾਵਾ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ 100 ਨੌਜਵਾਨ ਮੰਨ ਲਓ ਇਸ ਦੇ ਵਿੱਚ ਭਰਤੀ ਹੁੰਦੇ ਨੇ ਤਾਂ 100 ਦੇ ਵਿੱਚੋਂ 75 ਨੌਜਵਾਨਾਂ ਨੂੰ 4 ਸਾਲ ਬਾਅਦ ਰਿਟਾਇਰ ਕਰ ਦਿੱਤਾ ਜਾਊਗਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪੈਨਸ਼ਨ ਨਹੀਂ ਦਿੱਤੀ ਜਾਊਗੀ। ਤੇ ਜਿਹੜੇ 25% ਨੌਜਵਾਨ ਬਾਕੀ ਰਹਿ ਜਾਣਗੇ ਉਹਨਾਂ ਨੌਜਵਾਨਾਂ ਦੇ ਨਾਲ ਕੀ ਕੀਤਾ ਜਾਣਾ ਜੀ, ਉਹਨਾਂ ਨੌਜਵਾਨ ਅੱਗੇ ਵੀ ਭਰਤੀ ਹੋ ਸਕਦੇ ਨੇ, ਯਾਨੀ ਕਿ ਉਹ ਅੱਗੇ ਵੀ ਆਪਣੀ ਜਿਹੜੀ ਸਰਵਿਸ ਆ ਉਹ ਆਰਮੀ ਨੂੰ ਦੇ ਸਕਦੇ ਨੇ। ਤੇ ਪਰ ਜਿਹੜੇ 75% ਨੌਜਵਾਨ ਹੋਣਗੇ ਉਹਨਾਂ ਨੂੰ ਇੱਕ ਕੌਸ਼ਲ ਪ੍ਰਮਾਣ ਪੱਤਰ ਵੀ ਦਿੱਤਾ ਜਾਊਗਾ ਆਰਮੀ ਦੇ ਦੁਆਰਾ। ਤੇ ਉਸ ਆਰਮੀ ਦੇ ਕੌਸ਼ਲ ਪ੍ਰਮਾਣ ਪੱਤਰ ਦੇ ਦੁਆਰਾ ਬਾਕੀ ਸਟੇਟਾਂ ਦੇ ਵਿੱਚ ਇਸ ਚੀਜ਼ ਦਾ ਅਨਾਉਂਸਮੈਂਟ ਕਰ ਦਿੱਤੀ ਗਈ ਆ। ਮੱਧ ਪ੍ਰਦੇਸ਼ ਦੇ ਵਿੱਚ ਕਰ ਦਿੱਤੀ ਗਈ ਆ ਸ਼ਿਵਰਾਜ ਚੌਹਾਨ ਜਿਹੜਾ ਕਿ ਉੱਥੋਂ ਦਾ ਮੁੱਖ ਮੰਤਰੀ, ਉਸ ਦੇ ਦੁਆਰਾ ਵੀ ਕਿ ਉਹਨਾਂ ਨੂੰ ਪੁਲਿਸ ਤੇ ਹੋਰ ਵੀ ਕੁਝ ਵਿਭਾਗਾਂ ਦੇ ਵਿੱਚ ਸਭ ਤੋਂ ਪਹਿਲੇ 10% ਤੱਕ ਦਾ ਆਰਕਸ਼ਣ ਦਿੱਤਾ ਜਾਊਗਾ, ਯਾਨੀ ਕਿ 10% ਤੱਕ ਉਹਨਾਂ ਨੂੰ ਛੋਟ ਹੋਊਗੀ ਕਿ ਉਹ ਪਹਿਲ ਹੋਊਗੀ ਉਹਨਾਂ ਦੀ ਕਿਸੇ ਵੀ ਜੌਬ ਦੇ ਵਿੱਚ। ਇੰਨਾ ਕੁਝ ਹੋਣ ਦੇ ਬਾਵਜੂਦ ਕਿ ਘੱਟੋ ਘੱਟ 4 ਸਾਲਾਂ ਦੇ ਵਿੱਚ ਨੌਜਵਾਨ ਨੂੰ 20 ਤੋਂ 25 ਲੱਖ ਰੁਪਏ ਤੱਕ ਜਿਹੜਾ ਟੋਟਲ ਕਮਾਉਣ ਨੂੰ ਮਿਲ ਜੂਗਾ, ਤੇ ਇਸ ਦੇ ਬਾਵਜੂਦ ਵੀ ਇਸ ਸਕੀਮ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਨੌਜਵਾਨਾਂ ਦੇ ਦੁਆਰਾ। ਗੱਡੀਆਂ ਚਲਾਈਆਂ ਜਾ ਰਹੀਆਂ ਨੇ ਤੇ ਹੋਰ ਵੀ ਜਗ੍ਹਾ ਜਗ੍ਹਾ ਦੇ ਉੱਤੇ ਧਰਨੇ ਵੀ ਕੀਤੇ ਜਾ ਰਹੇ ਨੇ, ਪੰਜਾਬ ਤੋਂ ਲੈ ਕੇ ਕੇਰਲ ਤੱਕ ਹਰ ਇੱਕ ਜਗ੍ਹਾ ਦੇ ਉੱਤੇ ਨੌਜਵਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਕਤ ਇਸ ਸਕੀਮ ਦਾ। ਤਾਂ ਕਾਰਨ ਕੀ ਹੈ ਸਕੀਮ ਦਾ ਵਿਰੋਧ ਕਰਨ ਦਾ? ਤਾਂ ਸਭ ਤੋਂ ਵੱਡਾ ਕਾਰਨ ਤਾਂ ਨੌਜਵਾਨਾਂ ਦੇ ਪੱਖ ਤੋਂ ਇਹੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਘੱਟੋ ਘੱਟ 3 ਸਾਲਾਂ ਦਾ ਐਨਸੀਆਰ ਕੈਂਪ ਲਾਉਂਦੇ ਨੇ ਤੇ ਉਸ ਤੋਂ ਬਾਅਦ 2 ਸਾਲ ਦੀ ਟ੍ਰੇਨਿੰਗ ਕਰਦੇ ਨੇ, 5 ਸਾਲ ਲਗਭਗ ਆਪਣੇ ਸਰੀਰ ਨੂੰ ਤੋੜ ਕੇ ਭੰਨ ਕੇ ਤੇ ਉਸ ਤੋਂ ਬਾਅਦ ਉਹ ਆਰਮੀ ਦੇ ਵਿੱਚ ਜੁਆਇਨਿੰਗ ਕਰਨਗੇ ਤੇ ਸਿਰਫ ਉਹਨਾਂ ਨੂੰ 4 ਸਾਲ ਹੀ ਉੱਥੇ ਰੱਖਿਆ ਜਾਊਗਾ। ਤੇ 4 ਸਾਲ ਬਾਅਦ ਉਹਨਾਂ ਨੂੰ ਬਿਲਕੁਲ ਬੇਰੁਜ਼ਗਾਰ ਕਰ ਦਿੱਤਾ ਜਾਊਗਾ ਤੇ ਜਿੰਨੇ ਰੁਪਏ ਕਮਾਉਣਗੇ 4 ਸਾਲਾਂ ਦੇ ਵਿੱਚੋਂ ਨਿਕਲਾ ਵੀ ਦੇਣਗੇ। ਤੇ ਨਾਲ ਦੇ ਨਾਲ ਉਹਨਾਂ ਦਾ ਕਹਿਣਾ ਕਿ ਜਦੋਂ 4 ਸਾਲ ਬਾਅਦ ਉਹਨਾਂ ਨੂੰ ਰਿਟਾਇਰਮੈਂਟ ਕਰ ਦਿੱਤੀ ਜਾਊਗੀ ਤਾਂ ਫਿਰ ਉਹ ਕੀ ਕਰਨਗੇ, ਕਿਉਂਕਿ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜ਼ਿਆਦਾਤਰ ਕੰਪਨੀਆਂ ਇਹ ਗੱਲ ਕਹਿਣਗੀਆਂ
ਕਿ ਜਿਹੜੇ 25% ਨੌਜਵਾਨ ਕੰਮ ਦੇ ਸੀ ਉਹਨਾਂ ਨੂੰ ਤਾਂ ਫੌਜ ਦੇ ਵਿੱਚ ਰੱਖ ਲਿਆ ਗਿਆ, ਜਿਹੜੇ 75% ਕੱਢੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਕਮੀ ਦੀ ਵਜ੍ਹਾ ਦੇ ਕਾਰਨ ਹੀ ਜੌਬ ਦੇ ਵਿੱਚੋਂ ਕੱਢਿਆ ਗਿਆ। ਹੋ ਸਕਦਾ ਉਹਨਾਂ ਦਾ ਬਿਹੇਵੀਅਰ ਸਹੀ ਨਾ ਹੋਵੇ ਜਾਂ ਫਿਰ ਉਹਨਾਂ ਦੇ ਦੁਆਰਾ ਸਹੀ ਤਰੀਕੇ ਨਾਲ ਜੌਬ ਨਹੀਂ ਕੀਤੀ ਜਾਂਦੀ, ਤਾਂ ਅਜਿਹੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਹੋਣ ਦੇ ਬਾਵਜੂਦ ਵੀ ਕੋਈ ਕੰਪਨੀ ਕੰਮ ਕਿਉਂ ਦੇਊਗੀ। ਤੇ ਇਸ ਤੋਂ ਬਾਅਦ ਅਗਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਨੌਜਵਾਨਾਂ ਦਾ ਕਹਿਣਾ ਕਿ 21 ਸਾਲ ਪਹਿਲਾਂ ਉਮਰ ਸੀ ਤੇ ਉਸ ਤੋਂ ਬਾਅਦ ਜੇਕਰ ਉਹ ਆਰਮੀ ਦੇ ਵਿੱਚ 21 ਸਾਲ ਤੋਂ ਪਹਿਲਾਂ ਭਰਤੀ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਹੋਰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ। ਉਹ ਸ਼ਾਦੀ ਵਿਆਹ ਤੇ ਆਪਣਾ ਪਰਿਵਾਰ ਪਾਲ ਸਕਦੇ ਸੀ ਤੇ ਉਹਨਾਂ ਨੂੰ ਆਪਣੇ ਫਿਊਚਰ ਦੀ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਸੀ। ਪਰ ਹੁਣ ਜਦੋਂ 4 ਸਾਲ ਹੋਰ ਆਉਣਗੇ ਉਹਨਾਂ ਕੋਲੇ 21 ਤੋਂ ਲੈ ਕੇ ਘੱਟੋ ਘੱਟ 26-27 ਸਾਲ ਦੀ ਉਮਰ ਹੋਊਗੀ ਜਿਹੜੀ ਉਹਨਾਂ ਦੀ, ਉਸ ਸਮੇਂ ਤੱਕ ਉਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪਊਗਾ ਕਿ ਹੋ ਸਕਦਾ ਇਸ ਨੌਜਵਾਨ ਨੂੰ ਕੱਢ ਦਿੱਤਾ ਜਾਵੇ। ਮੰਨ ਲਓ ਕਿ ਉਹਨਾਂ ਦਾ ਰਿਸ਼ਤਾ ਹੀ ਤੈਅ ਹੋ ਜਾਂਦਾ ਕਿਸੇ ਲੜਕੀ ਦੇ ਨਾਲ, ਤਾਂ ਕੀ ਉਸ ਲੜਕੀ ਦਾ ਪਰਿਵਾਰ ਇਸ ਚੀਜ਼ ਨੂੰ ਕਹਿ ਸਕਦਾ ਹੋ ਕਿ ਸਾਡਾ ਜਿਹੜਾ ਮਤਲਬ ਕਿ ਦਮਾਦ ਆ ਉਹ ਇਸ ਵਕਤ ਆਰਮੀ ਦੇ ਵਿੱਚ ਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਉਹ ਅਸੀਂ ਉਸ ਨਾਲ ਵਿਆਹ ਕਰ ਦਿੰਦੇ ਕਿਉਂਕਿ ਉਹਦਾ ਫਿਊਚਰ ਸਿਕਿਉਰ ਆ। ਹੋ ਸਕਦਾ 4 ਸਾਲਾਂ ਬਾਅਦ ਉਸ ਨੌਜਵਾਨ ਨੂੰ ਆਰਮੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਤੇ 25% ਨੌਜਵਾਨਾਂ ਦੇ ਵਿੱਚੋਂ ਨਾ ਆਵੇ, ਤਾਂ ਕੀ 27 ਸਾਲ ਤੱਕ ਉਹਨਾਂ ਦਾ ਵਿਆਹ ਜਾਂ ਸ਼ਾਦੀਆਂ ਉਹ ਪਰਿਵਾਰਕ ਮਾਹੌਲ ਦੇ ਵਿੱਚ ਰਹਿ ਵੀ ਪਾਉਣਗੇ? ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਨੌਜਵਾਨਾਂ ਦੁਆਰਾ ਚੱਕਿਆ ਜਾ ਰਿਹਾ ਹੈ। ਇਹ ਵੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੌਜਵਾਨਾਂ ਦੇ ਦੁਆਰਾ ਆਪਣੀ ਲਾਈਫ ਹੈ ਜਿਹੜੀ ਸੈੱਟ ਕਰਨ ਦੇ ਲਈ 4 ਸਾਲ ਦਾ ਸਮਾਂ ਹੋਰ ਲੱਗੂਗਾ ਤੇ ਜੇਕਰ ਉਹ ਰਿਟਾਇਰਮੈਂਟ ਹੋ ਜਾਂਦੇ ਨੇ 4 ਸਾਲਾਂ ਬਾਅਦ ਤਾਂ ਉਹਨਾਂ ਨੂੰ ਅੱਗੇ ਆਪਣਾ ਕੀ ਕੰਮ ਕਰਨਾ ਹੈ, ਕਿਸ ਤਰ੍ਹਾਂ ਨਾਲ ਕੰਮ ਕਰਨਾ ਹੈ ਜਾਂ ਫਿਰ ਕੀ ਕੀਤਾ ਜਾਵੇ ਉਸ ਦੀ ਪਲੈਨਿੰਗ ਕਰਨ ਦੇ ਲਈ ਸਮਾਂ ਚਾਹੀਦਾ ਹੈ। ਫਿਰ ਜਾ ਕੇ ਉਹ ਜੌਬ ਦੇ ਉੱਤੇ ਲੱਗਣਗੇ ਤੇ ਫਿਰ ਜਾ ਕੇ 31, 32, 33 ਸਾਲਾਂ ਦੀ ਏਜ ਦੇ ਵਿੱਚ ਆਪਣਾ ਮਤਲਬ ਕਿ ਗ੍ਰਸਤੀ ਵਸਾ ਪਾਉਣਗੇ। ਤੇ ਇਹ ਵੀ ਇੱਕ ਵੱਡਾ ਸਵਾਲ ਜਿਹੜਾ ਨੌਜਵਾਨਾਂ ਦੁਆਰਾ ਕੀਤਾ ਜਾ ਰਿਹਾ ਹੈ। ਤੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਹੈ ਕਿ ਸਰਕਾਰ ਦੇ ਦੁਆਰਾ ਕਿਹਾ ਜਾ ਰਿਹਾ ਕਿ ਉਹ ਨੌਜਵਾਨ ਆਰਮੀ ਦੇ ਵਿੱਚ ਭਰਤੀ ਹੋਣਗੇ ਤੇ ਉਹਨਾਂ ਨੂੰ ਇਸ ਦੇ ਲਈ ਆਰਮੀ ਦੇ ਵਿੱਚ ਮਤਲਬ ਕਿ ਜੁਆਇਨਿੰਗ ਹੋਣ ਦਾ ਇੱਕ ਸੁਭਾਗਿਆ ਪ੍ਰਾਪਤ ਹੋਊਗਾ ਕਿ ਆਪਣੇ ਦੇਸ਼ ਦੀ ਉਹ ਰੱਖਿਆ ਕਰ ਪਾਉਣਗੇ। ਪਰ ਇੱਥੇ ਇੱਕ ਹੋਰ ਵੀ ਵੱਡੀ ਗੱਲ ਹੈ ਜਿਹੜੀ ਉਹ ਪੈਦਾ ਹੁੰਦੀ ਹੈ, ਉਹ ਇਹ ਹੈ ਕਿ ਸਿਰਫ 4 ਸਾਲ ਦੇ ਵਿੱਚ ਇੱਕ ਨਾਰਮਲ ਜੀ ਟ੍ਰੇਨਿੰਗ ਦੇ ਉੱਤੇ 6 ਮਹੀਨੇ ਤਾਂ ਉਧਰ ਹੀ ਨਿਕਲ ਜਾਣਗੇ, ਬਾਕੀ ਰਹਿ ਗਏ 3.5 ਮਹੀਨੇ। ਤਾਂ 3.5 ਮਹੀਨੇ ਦੇ ਵਿੱਚੋਂ ਕੁਝ ਸਮੇਂ ਦੀਆਂ ਛੁੱਟੀਆਂ ਆ ਜਾਂਦੀਆਂ ਨੇ ਤੇ ਨਾਲ ਦੀ ਨਾਲ ਕੁਝ ਸਮਾਂ ਅਜਿਹਾ ਵੀ ਹੁੰਦਾ ਜੇਕਰ ਉਹਨਾਂ ਨੌਜਵਾਨਾਂ ਨੂੰ ਐਕਸਟਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨੂੰ ਕਿ ਇਨਫੈਂਟਰੀ ਟ੍ਰੇਨਿੰਗ ਕਿਹਾ ਜਾਂਦਾ, ਤਾਂ ਜੇਕਰ ਉਸ ਟ੍ਰੇਨਿੰਗ ਨੂੰ ਵੀ ਉਹਨਾਂ ਨੌਜਵਾਨਾਂ ਦੁਆਰਾ ਲਿਆ ਜਾਂਦਾ ਤਾਂ ਹੋਰ ਵੀ ਸਮਾਂ ਅਲੱਗ ਹੋ ਜਾਊਗਾ। ਇਸ ਦੇ ਮੁਤਾਬਕ ਤਾਂ ਪਿੱਛੇ ਸਮਾਂ ਹੀ ਬਹੁਤ ਥੋੜਾ ਰਹਿ ਜਾਊਗਾ ਕਿ ਉਹ ਦੇਸ਼ ਦੀ ਸੇਵਾ ਕਰ ਸਕਣ। ਇਸ ਦੇ ਬਾਰੇ ਵਿੱਚ ਵੀ ਬਹੁਤ ਜ਼ਿਆਦਾ ਸਵਾਲ ਚੱਕੇ ਜਾ ਰਹੇ ਨੇ। ਤੇ ਅੱਗੇ ਇੱਕ ਤੁਹਾਨੂੰ ਹੋਰ ਗੱਲ ਦੱਸ ਦੇਣਾ ਚਾਹੁੰਦਾ ਕਿ ਸਰਕਾਰ ਦੁਆਰਾ ਇਹ ਫੈਸਲਾ ਕਿਉਂ ਲਿਆ ਗਿਆ। ਸਰਕਾਰ ਦਾ ਕਹਿਣਾ ਹੈ ਕਿ ਰੋਜ਼ਗਾਰ ਦੇ ਮੌਕੇ ਵਧਣਗੇ, ਨੌਜਵਾਨਾਂ ਦੇ ਕੋਲ ਕੁਝ ਪੈਸਾ ਹੋਊਗਾ, ਨਾਲ ਦੀ ਨਾਲ ਨੌਜਵਾਨਾਂ ਨੂੰ ਇੱਕ ਹੋਰ ਚੀਜ਼ ਦਿੱਤੀ ਜਾਊਗੀ, ਉਹ ਅੱਜ 48 ਲੱਖ ਤੱਕ ਦਾ ਉਹਨਾਂ ਦਾ ਸਿਹਤ ਬੀਮਾ ਵੀ ਨੌਜਵਾਨਾਂ ਨੂੰ ਜਿਹੜਾ ਦਿੱਤਾ ਜਾਊਗਾ ਗਵਰਨਮੈਂਟ ਦੇ ਦੁਆਰਾ। ਪਰ ਇੱਥੇ ਸਭ ਤੋਂ ਵੱਡਾ ਸਵਾਲ ਆ ਜਿਹੜਾ ਇਹੀ ਬਣਦਾ ਹੈ ਕਿ ਉਹਨਾਂ ਨੌਜਵਾਨਾਂ ਦਾ ਬੇਰੁਜ਼ਗਾਰ ਹੋਣ ਤੋਂ ਬਾਅਦ 4 ਸਾਲ ਬਾਅਦ ਬੇਰੁਜ਼ਗਾਰ ਹੋਣ ਤੋਂ ਬਾਅਦ ਕੀ ਬਣੇਗਾ, ਕਿਉਂਕਿ ਉਹ ਬਹੁਤ ਜ਼ਿਆਦਾ ਪੜ੍ਹਾਈ ਵੀ ਨਹੀਂ ਕਰ ਪਾਉਣਗੇ ਕਿਉਂਕਿ 21 ਸਾਲ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਜੇਕਰ ਕਿਸੇ ਨੂੰ ਜੌਬ ਮਿਲ ਜਾਏ ਉਹ ਕਿੰਨੀ ਪੜ੍ਹਾਈ ਕਰ ਸਕੂ ਵੀ ਆਰਮੀ ਦੀ ਜੌਬ ਤੋਂ ਬਾਅਦ, ਤੇ ਨਾਲ ਹੀ ਉਹ ਹੋਰ ਵੀ ਬਹੁਤ ਸਾਰੇ ਮੌਕੇ ਜਿਹੜੇ ਉਹ ਆਪਦੇ ਹੱਥੋਂ ਗਵਾ ਲੈਣਗੇ। ਔਰ ਇੱਥੇ ਤੋਂ ਇੱਕ ਹੋਰ ਵੀ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਅਜਿਹਾ ਨਹੀਂ ਹੈ ਕਿ ਇਹ ਜਿਹੜਾ ਫਾਰਮੂਲਾ ਜਿਹੜਾ ਇਹ ਪਹਿਲੀ ਵਾਰੀ ਲਾਗੂ ਕੀਤਾ ਜਾ ਰਿਹਾ ਹੈ, ਬਲਕਿ ਇਹ ਫਾਰਮੂਲਾ ਜਿਹੜਾ ਇਸ ਤੋਂ ਪਹਿਲਾਂ ਵੀ ਕਾਫੀ ਕੰਟਰੀਜ਼ ਦੇ ਵਿੱਚ ਚੱਲ ਰਿਹਾ ਹੈ। ਤੇ ਪਰ ਉਹਨਾਂ ਕੰਟਰੀ ਦੇ ਵਿੱਚ ਇਸ ਫਾਰਮੂਲੇ ਨੂੰ ਲਾਗੂ ਕਰਨ ਦੇ ਪਿੱਛੇ ਇੱਕ ਵੱਡਾ ਕਾਰਨ ਸੀ। ਕਾਰਨ ਕੀ ਸੀ ਕਿ ਉੱਥੋਂ ਦੇ ਨੌਜਵਾਨ ਜਾਂ ਫਿਰ ਇਕਨੋਮੀ ਜਿਹੜੀ ਉੱਥੋਂ ਦੀ ਇਸ ਲੈਵਲ ਤੇ ਕਿ ਉੱਥੋਂ ਦੇ ਨੌਜਵਾਨ ਜਿਹੜੇ ਉਹ ਭਰਤੀ ਹੋਣ ਦੇ ਲਈ ਉਤਸ਼ਾਹਿਤ ਨਹੀਂ ਹੈਗੇ ਕਿ ਉਹ ਆਰਮੀ ਦੇ ਵਿੱਚ ਜਾ ਸਕਣ। ਮਤਲਬ ਕਿ ਉਹਨਾਂ ਲੋਕਾਂ ਦੇ ਵਿੱਚ ਜਜ਼ਬਾ ਹੀ ਨਹੀਂ ਹੈਗਾ ਕਿ ਉਹ ਆਰਮੀ ਦੇ ਵਿੱਚ ਜਾਣ। ਇਸੇ ਵਜ੍ਹਾ ਦੇ ਕਾਰਨ ਉਹਨਾਂ ਕੁਝ ਦੇਸ਼ਾਂ ਦੇ ਵਿੱਚ ਇਹ ਜਿਹੜਾ ਆਰਮੀ ਦਾ ਇਹ ਪੱਥ ਹੈ ਜਾਨੀ ਕਿ ਅਗਨੀ ਪੱਥ ਕਿਹਾ ਜਾ ਰਿਹਾ ਉਸ ਨੂੰ ਉੱਥੇ ਲਾਗੂ ਕੀਤਾ ਹੋਇਆ। ਪਰ ਜੇਕਰ ਆਪਾਂ ਇੰਡੀਆ ਦੀ ਗਰਾਊਂਡ ਲੈਵਲ ਤੇ ਗੱਲ ਕਰਦੇ ਹਾਂ ਤਾਂ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਨੌਜਵਾਨ ਆ ਜਿਹੜੇ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੀ ਲੱਖਾਂ ਨਹੀਂ ਬਲਕਿ ਕਰੋੜਾਂ ਦੀ ਗਿਣਤੀ ਵਿੱਚ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਨੇ ਕਿਉਂਕਿ ਉਹ ਦੇਸ਼ ਨੂੰ ਪਿਆਰ ਕਰਦੇ ਨੇ ਤੇ ਦੇਸ਼ ਦੇ ਨਾਲ ਆਪਣੀ ਜ਼ਿੰਦਗਾਨੀ ਲਗਾ ਦੇਣਾ ਚਾਹੁੰਦੇ ਨੇ। ਤੇ ਇਸੇ ਵਜ੍ਹਾ ਦੇ ਕਾਰਨ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਲੱਖਾਂ ਨਹੀਂ ਕਰੋੜਾਂ ਨੌਜਵਾਨ ਅਜਿਹੇ ਨੇ ਜਿਹੜੇ ਕਿ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਨੇ। ਤੇ ਇਸ ਦੇ ਉਲਟ ਉਹ ਜਿਹੜੀ ਸਕੀਮ ਜਿਹੜੀ ਇਸ ਵਕਤ ਕੇਂਦਰ ਸਰਕਾਰ ਦੇ ਦੁਆਰਾ ਲਿਆਂਦੀ ਗਈ ਆ ਉਹ ਸਕੀਮ ਆ ਜਿਹੜੀ ਉਹ ਹੋਰ ਸੂਬਿਆਂ ਦੇ ਉਹਨਾਂ ਦੇਸ਼ਾਂ ਦੇ ਵਿੱਚ ਲਾਗੂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਮਤਲਬ ਕਿ ਦੇਸ਼ਾਂ ਦੇ ਵਿੱਚ
ਲੋਕ ਜਾਂ ਨੌਜਵਾਨ ਆ ਜਿਹੜੇ ਉੱਥੋਂ ਦੇ ਉਹ ਆਰਮੀ ਦੇ ਵਿੱਚ ਜਾਣੇ ਨਹੀਂ ਚਾਹੁੰਦੇ। ਤੁਹਾਡਾ ਕੀ ਕਹਿਣਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ? ਜੇਕਰ ਤੁਹਾਡਾ ਵੀ ਕੋਈ ਅਲੱਗ ਪੱਖ ਦਾ ਕਮੈਂਟ 'ਚ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤੇ ਨਾਲ ਹੀ ਸਾਡੇ ਇਸ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ। ਥੈਂਕਸ ਫॉर ਵਾਚ।